ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਅਸੀਂ ਰੋਜ਼ਿਆਂ ਦੇ ਦੂਜੇ ਹਫ਼ਤੇ ਦੇ ਵੀਰਵਾਰ ਵਿੱਚ ਹਾਂ। ਆਓ ਅਸੀਂ ਅੱਜ ਪਾਕ ਕਲਾਮ ਦੇ ਵਿੱਚੋਂ 2 ਪਾਠ ਸੁਣੀਏ। ਅੱਜ ਦਾ ਪਹਿਲਾ ਪਾਠ ਯਿਰਮੀਆ ਨਬੀ ਦੀ ਪੁਸਤਕ, ਉਸ ਦਾ 17ਵਾਂ ਅਧਿਆਇ 5 ਤੋਂ ਲੈ ਕੇ 10 ਐਤ ਤੱਕ, ਅਤੇ ਅੱਜ ਦੀ ਅੰਜੀਲ ਲੂਕਾ ਦੀ, ਉਸ ਦਾ 16ਵਾਂ ਅਧਿਆਇ 19 ਤੋਂ ਲੈ ਕੇ 31 ਐਤ ਤੱਕ। ਆਓ ਅਸੀਂ ਅਦਬ ਦੇ ਨਾਲ, ਪਿਆਰ ਦੇ ਨਾਲ ਇਹਨਾਂ ਪਾਠਾਂ ਨੂੰ ਸੁਣੀਏ ਅਤੇ ਇਹਨਾਂ ਦੇ ਉੱਤੇ ਗੌਰ ਕਰਕੇ ਇਹਨਾਂ ਦੇ ਵਿੱਚੋਂ ਆਪਣੇ ਜੀਵਨ ਦੇ ਲਈ ਸੰਦੇਸ਼ ਲਈਏ। ਪਹਿਲਾ ਪਾਠ ਯਿਰਮੀਆ ਨਬੀ ਦੀ ਪੁਸਤਕ ਵਿੱਚੋਂ, ਉਸ ਦਾ 17 ਬਾਬ 5 ਤੋਂ 10 ਆਇਤ ਤੱਕ। ਪ੍ਰਭੂ ਕਹਿੰਦਾ ਹੈ, ਮੈਂ ਉਸ ਮਨੁੱਖ ਨੂੰ ਦੋਸ਼ੀ ਠਹਿਰਾਵਾਂਗਾ ਜੋ ਮੇਰੇ ਤੋਂ ਦੂਰ ਹੋ ਜਾਂਦਾ ਹੈ ਅਤੇ ਜੋ ਮਨੁੱਖੀ ਅਰਥਾਤ ਸਰੀਰਿਕ ਸ਼ਕਤੀ ਉੱਤੇ ਭਰੋਸਾ ਰੱਖਦਾ ਹੈ। ਉਹ ਮਨੁੱਖ ਉਸ ਝਾੜੀ ਦੇ ਵਾਂਗ ਹੈ ਜੋ ਇਕਾਂਤ ਮਰੂਥਲ ਵਿੱਚ ਉੱਗੀ ਹੋਵੇ, ਜੋ ਕਲਰ ਵਾਲੀ ਜ਼ਮੀਨ ਉੱਤੇ ਉੱਗੀ ਹੋਵੇ, ਜਿੱਥੇ ਹੋਰ ਕੁਝ ਵੱਧਦਾ ਫੁੱਲਦਾ ਨਹੀਂ ਹੈ। ਉਸ ਦਾ ਕਿਸੇ ਤਰ੍ਹਾਂ ਦਾ ਭਲਾ ਨਹੀਂ ਹੋਵੇਗਾ। ਪਰ ਮੈਂ ਉਸ ਮਨੁੱਖ ਨੂੰ ਅਸੀਸ ਦੇਵਾਂਗਾ ਜੋ ਮੇਰੇ ਉੱਤੇ ਭਰੋਸਾ ਰੱਖਦਾ ਹੈ। ਉਹ ਮਨੁੱਖ ਉਸ ਰੁੱਖ ਦੇ ਵਾਂਗ ਹੈ ਜੋ ਚਸ਼ਮੇ ਦੇ ਕੰਢੇ ਉੱਤੇ ਉੱਗਿਆ ਹੋਵੇ, ਜਿਸ ਦੀਆਂ ਜੜ੍ਹਾਂ ਪਾਣੀ ਵੱਲ ਵਧੀਆਂ ਹੋਣ। ਉਹ ਗਰਮੀ ਦੀ ਰੁੱਤ ਤੋਂ ਨਹੀਂ ਡਰਦਾ, ਕਿਉਂਕਿ ਉਸ ਦੇ ਪੱਤੇ ਹਰੇ ਰਹਿੰਦੇ ਹਨ। ਨਾ ਹੀ ਉਹ ਮੀਂਹ ਦੀ ਥੁੜ ਕਾਰਨ ਚਿੰਤਾ ਕਰਦਾ ਹੈ ਅਤੇ ਉਹ ਫਲਦਾਰ ਹੁੰਦਾ ਰਹਿੰਦਾ ਹੈ। ਮਨੁੱਖੀ ਮਨ ਨੂੰ ਕੌਣ ਸਮਝ ਸਕਦਾ ਹੈ? ਇਸ ਜਿੰਨੀ ਹੋਰ ਕੋਈ ਚੀਜ਼ ਧੋਖੇਬਾਜ਼ ਨਹੀਂ ਹੈ ਅਤੇ ਇਸ ਦਾ ਕੋਈ ਇਲਾਜ ਨਹੀਂ ਹੈ। ਮੈਂ ਪ੍ਰਭੂ ਮਨ ਦੀ ਜਾਂਚ ਕਰਦਾ ਅਤੇ ਮਨੁੱਖੀ ਦਿਲਾਂ ਨੂੰ ਪਰਖਦਾ ਹਾਂ। ਮੈਂ ਹਰ ਇੱਕ ਮਨੁੱਖ ਨੂੰ ਉਸ ਦੇ ਆਚਰਨ ਅਨੁਸਾਰ ਅਤੇ ਉਸ ਦੇ ਕੀਤੇ ਕੰਮਾਂ ਅਨੁਸਾਰ ਬਦਲਾ ਦੇਵਾਂਗਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਤੇ ਮਹੀਨ ਵਧੀਆ ਮਲਮਲ ਦੇ ਕੱਪੜੇ ਪਾਉਂਦਾ ਸੀ ਅਤੇ ਰੋਜ਼ ਲੇੜ ਕੇ ਸਵਾਦੀ ਭੋਜ ਖਾਂਦਾ ਸੀ। ਅਤੇ ਉਸ ਦੇ ਫਾਟਕ ਉੱਤੇ ਲਾਜ਼ਰ ਨਾਂ ਦਾ ਇੱਕ ਗਰੀਬ ਆਦਮੀ ਪਿਆ ਰਹਿੰਦਾ ਸੀ, ਜਿਸ ਦਾ ਸਰੀਰ ਫੋੜਿਆਂ ਨਾਲ ਭਰਿਆ ਪਿਆ ਸੀ ਅਤੇ ਉਹ ਧਨਵਾਨ ਮਨੁੱਖ ਦੀ ਮੇਜ਼ ਤੋਂ ਡਿੱਗੇ ਭੋਰੇ ਖਾ ਕੇ ਪੇਟ ਪਾਲਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਕੁੱਤੇ ਆ ਕੇ ਉਸ ਦੇ ਫੋੜੇ ਚੱਟਦੇ ਸਨ। ਉਹ ਗਰੀਬ ਆਦਮੀ ਮਰ ਗਿਆ ਅਤੇ ਫਰਿਸ਼ਤਿਆਂ ਨੇ ਉਸ ਨੂੰ ਚੁੱਕ ਕੇ ਅਬਰਾਹਮ ਦੀ ਗੋਦ ਵਿੱਚ ਅਪੜਾ ਦਿੱਤਾ। ਉਹ ਧਨਵਾਨ ਮਨੁੱਖ ਵੀ ਮਰ ਗਿਆ ਅਤੇ ਉਸ ਨੂੰ ਵੀ ਦਫਨਾ ਦਿੱਤਾ ਗਿਆ। ਪਤਾਲਾਂ ਵਿੱਚੋਂ ਘੋਰ ਸੰਤਾਪ ਸਹਿੰਦੇ ਹੋਏ ਉਸ ਨੇ ਆਪਣੀਆਂ ਅੱਖਾਂ ਉਤਾਂ ਚੁੱਕੀਆਂ ਅਤੇ ਦੂਰ ਅਬਰਾਹਮ ਅਤੇ ਉਸ ਦੀ ਗੋਦ ਵਿੱਚ ਲਾਜ਼ਰ ਨੂੰ ਦੇਖਿਆ। ਉਸ ਨੇ ਪੁਕਾਰ ਕੇ ਕਿਹਾ, ਪਿਤਾ ਅਬਰਾਹਮ, ਮੇਰੇ ਉੱਤੇ ਤਰਸ ਖਾਓ ਅਤੇ ਲਾਜ਼ਰ ਨੂੰ ਘੱਲੋ, ਭਈ ਆਪਣੀ ਉਂਗਲੀ ਦਾ ਪੋਟਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਨੂੰ ਠੰਡਾ ਕਰੇ, ਕਿਉਂਕਿ ਮੈਂ ਇਸ ਅੱਗ ਦੀਆਂ ਲਪਟਾਂ ਵਿੱਚ ਤੜਪ ਰਿਹਾ ਹਾਂ। ਪਰ ਅਬਰਾਹਮ ਨੇ ਉਸ ਨੂੰ ਕਿਹਾ, ਪੁੱਤਰ ਚੇਤੇ ਕਰ, ਤੂੰ ਆਪਣੇ ਜੀਵਨ ਕਾਲ ਵਿੱਚ ਉਹ ਸਭ ਕੁਝ ਪਾਇਆ ਜੋ ਚੰਗਾ ਹੀ ਚੰਗਾ ਹੈ, ਅਤੇ ਲਾਜ਼ਰ ਨੇ ਇਸ ਤਰ੍ਹਾਂ ਉਹ ਪਾਇਆ ਜੋ ਮਾੜਾ ਹੈ। ਪਰ ਹੁਣ ਉਸ ਨੂੰ ਇੱਥੇ ਦਿਲਾਸਾ ਮਿਲ ਰਿਹਾ ਹੈ ਅਤੇ ਤੂੰ ਤੜਪ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਵੱਡੀ ਖਾਈ ਰੱਖੀ ਗਈ ਹੈ, ਇਸ ਲਈ ਕਿ ਹਰ ਕੋਈ ਜੋ ਇੱਧਰੋਂ ਪਾਰ ਕਰਕੇ ਤੁਹਾਡੇ ਪਾਸੇ ਆਉਣਾ ਚਾਹੇ, ਉਹ ਇੰਜ ਨਾ ਕਰ ਸਕੇ ਅਤੇ ਨਾ ਕੋਈ ਉੱਧਰੋਂ ਪਾਰ ਕਰਕੇ ਸਾਡੇ ਪਾਸੇ ਆ ਸਕੇ।
ਉਸਨੇ ਕਿਹਾ, ਐ ਪਿਤਾ, ਫਿਰ ਮੈਂ ਬੇਨਤੀ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਤਾਂ ਘੱਲ ਦਿਓ, ਕਿਉਂਕਿ ਮੇਰੇ 5 ਭਰਾ ਹਨ, ਤਾਂ ਕਿ ਉਹ ਉਹਨਾਂ ਨੂੰ ਚੇਤਾਵਨੀ ਦੇਵੇ ਕਿ ਕਿਤੇ ਉਹ ਵੀ ਇਸ ਘੋਰ ਸੰਤਾਪ ਦੀ ਥਾਂ ਵਿੱਚ ਨਾ ਆ ਜਾਣ। ਪਰ ਅਬਰਾਹਮ ਨੇ ਕਿਹਾ, ਉਹਨਾਂ ਕੋਲ ਮੂਸਾ ਅਤੇ ਨਬੀ ਹਨ, ਉਹ ਉਹਨਾਂ ਨੂੰ ਸੁਣਨ। ਉਸਨੇ ਕਿਹਾ, ਨਹੀਂ ਪਿਤਾ ਅਬਰਾਹਮ, ਜੇਕਰ ਮੁਰਦਿਆਂ ਵਿੱਚੋਂ ਕੋਈ ਉਹਨਾਂ ਕੋਲ ਜਾਵੇ ਤਾਂ ਉਹ ਪਛਤਾਵਾ ਕਰਨਗੇ। ਅਬਰਾਹਮ ਨੇ ਉਸ ਨੂੰ ਕਿਹਾ, ਜੇਕਰ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਫਿਰ ਭਾਵੇਂ ਕੋਈ ਮੁਰਦਿਆਂ ਵਿੱਚੋਂ ਵੀ ਜੀ ਉੱਠੇ, ਉਸ ਦਾ ਵੀ ਯਕੀਨ ਨਹੀਂ ਕਰਨਗੇ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ 2 ਪਾਠ ਸੁਣੇ ਹਨ। ਆਓ ਅਸੀਂ ਇਹਨਾਂ ਦੋਵਾਂ ਪਾਠਾਂ ਦੇ ਉੱਤੇ ਥੋੜ੍ਹੀ ਦੇਰ ਦੇ ਲਈ ਆਪਣਾ ਧਿਆਨ ਲਾਈਏ। ਅੱਜ ਦੇ ਪਹਿਲੇ ਪਾਠ ਦੇ ਵਿੱਚ ਯਿਰਮੀਆ ਨਬੀ 2 ਕਿਸਮ ਦੇ ਇਨਸਾਨਾਂ ਦੇ ਬਾਰੇ ਗੱਲ ਕਰਦਾ ਹੈ। ਪਹਿਲੀ ਕਿਸਮ ਦਾ ਇਨਸਾਨ ਜੋ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ, ਜੋ ਪ੍ਰਭੂ ਨੂੰ ਜਾਣ ਬੁੱਝ ਕੇ ਤਿਆਗ ਦਿੰਦਾ ਹੈ, ਜੋ ਜਾਣ ਬੁੱਝ ਕੇ ਖੁਦਾ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਹੈ। ਤੇ ਪ੍ਰਭੂ ਕਹਿੰਦਾ ਹੈ ਕਿ ਮੈਂ ਅਜਿਹੇ ਮਨੁੱਖ ਨੂੰ ਦੋਸ਼ੀ ਠਹਿਰਾਵਾਂਗਾ ਅਤੇ ਉਸ ਦਾ ਹਾਲ ਝਾੜੀ ਦੇ ਵਾਂਗ ਹੋਵੇਗਾ ਜੋ ਮਰੁਸਥਲ ਦੇ ਵਿੱਚ ਲੱਗੀ ਹੋਈ ਹੈ। ਦੇਖੋ, ਜਿਹੜਾ ਬੰਦਾ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ, ਉਹਦਾ ਹਾਲ ਮਰੁਸਥਲ ਵਿੱਚ ਲੱਗੇ ਪੌਦੇ ਵਰਗਾ ਹੋ ਜਾਂਦਾ ਹੈ, ਜਿੱਥੇ ਪਾਣੀ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਉਹ ਪੌਦਾ ਸੁੱਕ ਜਾਂਦਾ ਹੈ, ਉਸ ਨੂੰ ਫਲ ਨਹੀਂ ਲੱਗਦਾ ਹੈ। ਅੱਗੇ ਕਹਿੰਦਾ ਹੈ ਕਿ ਮੈਂ ਉਸ ਮਨੁੱਖ ਨੂੰ ਬਰਕਤ ਦੇਵਾਂਗਾ ਜੋ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ, ਜੋ ਭਲੇ ਰਾਹ ਦੇ ਉੱਤੇ ਚੱਲਦਾ ਹੈ। ਕਹਿੰਦਾ ਹੈ ਕਿ ਉਸ ਮਨੁੱਖ ਦਾ ਹਾਲ ਚਸ਼ਮੇ ਦੇ ਕੰਢੇ ਉੱਤੇ ਲੱਗੇ ਰੁੱਖ ਵਰਗਾ ਹੋਵੇਗਾ, ਜਿਸ ਦੀਆਂ ਜੜ੍ਹਾਂ ਪਾਣੀ ਵੱਲ ਵਧੀਆਂ ਹੋਣ। ਕਹਿੰਦਾ ਹੈ ਕਿ ਉਸ ਦੇ ਪੱਤੇ ਹਰੇ ਰਹਿਣਗੇ ਅਤੇ ਉਸ ਨੂੰ ਨਾ ਤਾਂ ਮੀਂਹ ਦੀ ਲੋੜ ਪਵੇਗੀ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੇ ਪਾਣੀ ਦੀ ਲੋੜ ਪਵੇਗੀ। ਅੱਗੇ ਲਿਖਿਆ ਹੈ, ਉਹ ਫਲਦਾਰ ਰਹੇਗਾ, ਹਮੇਸ਼ਾ ਦੇ ਲਈ ਫਲਦਾਰ ਰਹੇਗਾ। ਪਿਆਰੋ, 10ਵੀਂ ਆਇਤ ਨੂੰ ਵੀ ਅਸੀਂ ਸੁਣੀਏ। ਉਹਦੇ ਵਿੱਚ ਲਿਖਿਆ ਹੈ ਕਿ ਮੈਂ ਪ੍ਰਭੂ ਮਨ ਦੀ ਜਾਂਚ ਕਰਦਾ ਹਾਂ ਅਤੇ ਮਨੁੱਖੀ ਦਿਲਾਂ ਨੂੰ ਪਰਖਦਾ ਹਾਂ। ਜਿੰਨੇ ਵੀ ਅੱਜ ਪ੍ਰਭੂ ਦਾ ਵਚਨ ਸੁਣ ਰਹੇ ਨੇ, ਕਹਿੰਦਾ ਹੈ ਕਿ ਮੈਂ ਤੁਹਾਡੇ ਮਨਾਂ ਦੀ ਜਾਂਚ ਕਰਾਂਗਾ, ਮੈਂ ਤੁਹਾਡੇ ਦਿਲਾਂ ਨੂੰ ਪਰਖਾਂਗਾ ਅਤੇ ਹਰ ਇੱਕ ਮਨੁੱਖ ਨੂੰ ਉਸ ਦੇ ਆਚਰਣ ਦੇ ਅਨੁਸਾਰ, ਉਸ ਦੇ ਕੀਤੇ ਕੰਮਾਂ ਦੇ ਅਨੁਸਾਰ ਬਦਲਾ ਦੇਵਾਂਗਾ। ਜੋ ਵੀ ਅਸੀਂ ਕੰਮ ਕਰਾਂਗੇ, ਜੇਕਰ ਅਸੀਂ ਭਲੇ ਕੰਮ ਕਰਦੇ ਹਾਂ ਤਾਂ ਫਿਰ ਪ੍ਰਭੂ ਸਾਨੂੰ ਬਰਕਤ ਦੇਵੇਗਾ, ਤੇ ਜੇਕਰ ਅਸੀਂ ਭਲੇ ਕੰਮ ਨਹੀਂ ਕਰਦੇ ਹਾਂ, ਜੇਕਰ ਅਸੀਂ ਉਹਦੇ ਹੁਕਮਾਂ ਦੇ ਅਨੁਸਾਰ ਜੀਵਨ ਨਹੀਂ ਗੁਜ਼ਾਰਦੇ ਹਾਂ, ਤੇ ਪ੍ਰਭੂ ਫਿਰ ਸਾਨੂੰ ਦੋਸ਼ੀ ਠਹਿਰਾਵੇਗਾ। ਤੇ ਪਿਆਰਿਓ, ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਇੱਕ ਬਹੁਤ ਸੁੰਦਰ ਉਦਾਹਰਨ ਦਿੰਦਾ ਹੈ। ਕਿਸ ਦੇ ਬਾਰੇ ਉਦਾਹਰਨ ਦਿੰਦਾ ਹੈ? ਇੱਕ ਆਦਮੀ ਦੇ ਬਾਰੇ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਭਲਾ ਕੰਮ ਨਹੀਂ ਕੀਤਾ, ਜਿਹਨੇ ਨਜ਼ਰਅੰਦਾਜ਼ ਕੀਤਾ। ਜਦੋਂ ਕਿ ਉਹ ਭਲੇ ਕੰਮ ਕਰ ਸਕਦਾ ਸੀ, ਉਹ ਭਲੇ ਕੰਮਾਂ ਤੋਂ ਉਸਨੇ ਆਪਣੇ ਆਪ ਨੂੰ ਨਜ਼ਰਅੰਦਾਜ਼ ਕੀਤਾ। ਦੇਖਿਆ ਤੱਕ ਨਹੀਂ ਕਿ ਮੈਨੂੰ ਭਲਾਈ ਕਰਨ ਦੀ ਲੋੜ ਹੈ। ਹਾਂ ਪਿਆਰਿਓ, ਤੁਸੀਂ ਇਹ ਵਚਨ ਨੂੰ ਬਹੁਤ ਵਾਰੀ ਸੁਣਿਆ ਹੋਵੇਗਾ, ਧਨਵਾਨ ਆਦਮੀ ਤੇ ਗਰੀਬ ਲਾਜ਼ਰ। ਦੇਖੋ, ਇੱਥੇ ਜਿਹੜਾ ਗਰੀਬ ਹੈ ਉਹਦੇ ਨਾਂ ਦਾ ਜ਼ਿਕਰ ਹੈ, ਲੇਕਿਨ ਧਨਵਾਨ ਆਦਮੀ ਦੇ ਨਾਂ ਦਾ ਜ਼ਿਕਰ ਨਹੀਂ ਹੈਗਾ। ਕਿਉਂ ਜ਼ਿਕਰ ਨਹੀਂ ਹੈ? ਕਿਉਂਕਿ ਉਹ ਧਨਵਾਨ ਆਦਮੀ ਨੇ ਕਦੇ ਵੀ ਖੁਦਾ ਦੇ ਰਸਤੇ ਤੇ ਚੱਲ ਕੇ ਕੋਈ ਚੰਗਾ ਕੰਮ ਨਹੀਂ ਕੀਤਾ ਸੀ। ਲੇਕਿਨ ਉਹ ਗਰੀਬ ਲਾਜ਼ਰ, ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਬਰ ਰੱਖਿਆ, ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਦੁੱਖ ਨੂੰ, ਹਰ ਤਰ੍ਹਾਂ ਦੀ ਪੀੜਾ ਨੂੰ ਸਹਿਣ ਕੀਤਾ, ਅਤੇ ਅਸੀਂ ਜਾਣਦੇ ਹਾਂ ਕਿ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਨੂੰ ਅਬਰਾਹਮ ਦੀ ਗੋਦ ਦੇ ਵਿੱਚ ਪਹੁੰਚਾ ਦਿੱਤਾ ਗਿਆ।
ਹਾਂ ਪਿਆਰਿਓ, ਉਸ ਅਮੀਰ ਆਦਮੀ ਦੀ ਵੀ ਮੌਤ ਹੋਈ ਤੇ ਲਿਖਿਆ ਹੈ ਕਿ ਉਸ ਨੂੰ ਅੱਗ ਦੇ ਵਿੱਚ ਸੁੱਟਿਆ ਗਿਆ। ਇਸੇ ਕਰਕੇ ਉਸਨੇ ਦੂਰੋਂ ਹੀ ਪਤਾਲਾਂ ਦੇ ਵਿੱਚੋਂ ਆਪਣੀ ਉਤਾਂਹ ਅੱਖਾਂ ਚੁੱਕ ਕੇ ਵੇਖਿਆ ਤੇ ਕਿਸ ਨੂੰ ਵੇਖਦਾ ਹੈ? ਅਬਰਾਹਮ ਦੀ ਗੋਦ ਦੇ ਵਿੱਚ ਲਾਜ਼ਰ ਨੂੰ ਵੇਖਦਾ ਹੈ ਅਤੇ ਬੇਨਤੀ ਕਰਦਾ ਹੈ, ਕਹਿੰਦਾ ਹੈ, ਹੇ ਪਿਤਾ ਅਬਰਾਹਮ, ਮੇਰੇ ਉੱਤੇ ਤਰਸ ਖਾਓ, ਲਾਜ਼ਰ ਨੂੰ ਘੱਲੋ ਕਿ ਉਹ ਆਪਣੀ ਉਂਗਲੀ ਦਾ ਪੋਟਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਦੇ ਉੱਤੇ ਰੱਖੇ ਅਤੇ ਮੇਰੀ ਜੀਭ ਨੂੰ ਠੰਡਾ ਕਰੇ, ਕਿਉਂਕਿ ਮੈਂ ਇੱਥੇ ਸੜ ਰਿਹਾ। ਇਹ ਬੰਦਾ ਹੁਣ ਜਦੋਂ ਸੜ ਰਿਹਾ ਹੈ ਤੇ ਹੁਣ ਬੇਨਤੀਆਂ ਕਰ ਰਿਹਾ ਹੈ, ਲੇਕਿਨ ਜਦੋਂ ਆਪਣੇ ਜੀਵਨ ਦੇ ਵਿੱਚ ਸੀ, ਜਦੋਂ ਉਹ ਇਸ ਧਰਤੀ ਦੇ ਉੱਤੇ ਸੀ, ਤਾਂ ਉਸਨੇ ਕਦੇ ਵੀ ਇਹ ਗਰੀਬ ਲਾਜ਼ਰ ਦੀ ਕਦੇ ਵੀ ਨਹੀਂ ਸੁਣੀ। ਇਹ ਉਸ ਅਮੀਰ ਆਦਮੀ ਦੇ ਘਰ ਦੇ ਬਾਹਰ ਬੈਠਾ ਰਹਿੰਦਾ ਸੀ। ਹੁਣ ਮੰਨ ਲਓ ਕਿ ਸਾਡੇ ਘਰ ਦੇ ਕੋਈ ਬੰਦਾ ਬਾਹਰ ਬੈਠਾ ਹੈ, ਅਸੀਂ ਆਉਂਦੇ ਜਾਂਦੇ ਹਾਂ, ਅਸੀਂ ਉਹ ਬੰਦੇ ਨੂੰ ਵੇਖਦੇ ਨਹੀਂ? ਬੜੀ ਵਾਰੀ ਵੇਖਿਆ ਹੋਏਗਾ। ਹੋ ਸਕਦਾ ਹੈ ਕਿ ਲਾਜ਼ਰ ਨੇ ਕਈ ਵਾਰੀ ਰੌਲਾ ਪਾ ਕੇ ਆਵਾਜ਼ਾਂ ਵੀ ਮਾਰੀਆਂ ਹੋਣਗੀਆਂ ਕਿ ਮੈਨੂੰ ਖਾਣ ਲਈ ਕੁਝ ਦੇ ਦਿਓ। ਅਸੀਂ ਉਹਦੀ ਹਾਲਤ ਦਾ ਵੀ ਇੱਥੇ ਬਿਆਨ ਕੀਤਾ ਹੈ। ਪ੍ਰਭੂ ਯਿਸੂ ਦੇਖੋ ਹਾਲਤ ਦਾ ਵੀ ਬਿਆਨ ਕਰਦੇ ਹਨ ਕਿ ਉਹ ਗਰੀਬ ਲਾਜ਼ਰ ਦੀ ਹਾਲਤ ਕੀ ਸੀ। ਲਿਖਿਆ ਹੈ ਕਿ ਉਸ ਅਮੀਰ ਆਦਮੀ ਦੇ ਫਾਟਕ ਉੱਤੇ ਲਾਜ਼ਰ ਨਾਂ ਦਾ ਇੱਕ ਗਰੀਬ ਆਦਮੀ ਪਿਆ ਰਹਿੰਦਾ ਸੀ, ਜਿਸ ਦਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਸੀ। ਦੇਖੋ, ਪਹਿਲੀ ਗੱਲ ਹੈ ਕਿ ਇੱਕ ਤੇ ਉਹ ਆਦਮੀ ਬਾਹਰ ਪਿਆ ਹੈ, ਦੂਜਾ ਹੈ ਕਿ ਉਹਦੇ ਸਰੀਰ ਦੇ ਉੱਤੇ ਫੋੜੇ ਹੀ ਫੋੜੇ ਹਨ, ਤੇ ਅਗਲੀ ਲਾਈਨ ਦੇ ਵਿੱਚ ਲਿਖਿਆ ਹੈ ਕਿ ਉਹਦੇ ਫੋੜਿਆਂ ਨੂੰ ਕੁੱਤੇ ਆ ਕੇ ਚੱਟਦੇ ਸੀ। ਮਤਲਬ ਕਿ ਕਿੰਨਾ ਮਾੜਾ ਹਾਲ, ਉਹ ਬੰਦਾ ਕਿੰਨਾ ਲਾਚਾਰ ਸੀ। ਅਤੇ ਉਸ ਤੋਂ ਅਗਲੀ ਲਾਈਨ ਜਿਹੜੀ ਲਿਖੀ ਹੈ ਕਿ ਉਹ ਧਨਵਾਨ ਦੇ ਮੇਜ਼ ਦੇ ਉੱਤੋਂ ਜਿਹੜਾ ਭੋਜਨ ਉਹ ਖਾਂਦਾ ਸੀ, ਜਿਹੜੀਆਂ ਕੋਈ ਹੱਡੀਆਂ, ਜਿਹੜਾ ਕੋਈ ਚੂਰਾ ਪੂਰਾ ਬਚ ਜਾਂਦਾ ਸੀ, ਉਹਦੇ ਨਾਲ ਆਪਣਾ ਢਿੱਡ ਭਰਨ ਦੀ ਕੋਸ਼ਿਸ਼ ਕਰਦਾ ਸੀ। ਦੇਖੋ, ਇੱਕ ਇੰਨੀ ਨਾਜ਼ੁਕ ਹਾਲਤ ਇਸ ਗਰੀਬ ਲਾਜ਼ਰ ਦੀ ਹੈ ਤੇ ਇਹ ਬੰਦੇ ਨੂੰ ਕਦੇ ਤਰਸ ਨਹੀਂ ਆਇਆ, ਕਦੇ ਉਹਦੇ ਦਿਲ ਦੇ ਵਿੱਚ ਰਹਿਮ ਨਹੀਂ ਆਇਆ। ਹੋਰ ਉਹਦਾ ਕੋਈ ਵੱਡਾ ਗੁਨਾਹ ਨਹੀਂ ਸੀ। ਇਹ ਸਭ ਤੋਂ ਵੱਡਾ ਗੁਨਾਹ ਸੀਗਾ ਕਿ ਉਸਨੇ ਗਰੀਬ ਨੂੰ, ਆਪਣੇ ਭਰਾ ਨੂੰ ਨਜ਼ਰਅੰਦਾਜ਼ ਕੀਤਾ। ਕੁਛ ਵੀ ਨਹੀਂ ਕਰਨਾ ਸੀ। ਉਹ ਕਿਸੇ ਨੂੰ ਕਹਿ ਸਕਦਾ ਸੀ, ਆਪਣੇ ਦੂਜੇ ਨੌਕਰਾਂ ਨੂੰ ਕਹਿ ਸਕਦਾ ਹੈ ਕਿ ਜਾ ਵੀ ਰੋਟੀ ਪਾਣੀ ਦੇ ਦਿਓ ਉਹਨੂੰ, ਜਾਂ ਕੋਈ 150 ਦੇ ਕੇ ਕਿ ਉਹਦੀ ਮਲਮ ਪੱਟੀ ਕਰਾ ਦਿਓ। ਇੰਨੇ ਦੇ ਵਿੱਚ ਹੀ ਖੁਦਾ ਨੇ ਉਹਦੇ ਉੱਤੇ ਦਇਆ ਕਰਨੀ ਸੀ। ਲੇਕਿਨ ਉਹ ਆਪਣੇ ਘਮੰਡ ਵਿੱਚ ਹੀ ਰਿਹਾ। ਮਲਮਲ ਦੇ ਕੱਪੜੇ ਪਾ ਕੇ ਚੌੜਾ ਹੋ ਕੇ ਤੁਰਦਾ ਸੀ, ਖਾਂਦਾ ਪੀਂਦਾ ਸੀ, ਇਹਦੇ ਵੱਲ ਧਿਆਨ ਹੀ ਨਹੀਂ ਕੀਤਾ। ਤੇ ਹੁਣ ਇੱਥੋਂ ਆਪਣੇ ਨਰਕ ਕੁੰਡ ਦੇ ਵਿੱਚੋਂ ਰੌਲਾ ਪਾ ਰਿਹਾ ਹੈ ਕਿ ਹੇ ਅਬਰਾਹਮ, ਮੇਰੇ ਉੱਤੇ ਦਇਆ ਕਰ, ਤਰਸ ਕਰ। ਤੇ ਅਬਰਾਹਮ ਨੇ ਆਖਿਆ ਕਿ ਹੁਣ ਨਹੀਂ ਕੁਛ ਹੋ ਸਕਦਾ, ਵੱਡੀ ਖਾਲ ਹੈ ਵਿੱਚ, ਖਾਈ ਹੈ, ਉਧਰੋਂ ਵੀ ਇੱਧਰ ਕੋਈ ਨਹੀਂ ਆ ਸਕਦਾ ਤੇ ਇੱਧਰੋਂ ਉੱਧਰ ਵੀ ਨਹੀਂ ਕੋਈ ਜਾ ਸਕਦਾ। ਤੇ ਫਿਰ ਕਹਿੰਦਾ ਕਿ ਚਲੋ ਇਹ ਤਾਂ ਠੀਕ ਆ, ਮੈਂ ਤੇ ਹੁਣ ਇੱਥੇ ਮਰਨ ਨਹੀਂ ਦਿਆ ਵਾਂ, ਮੇਰਾ ਹੋਰ ਵੀ ਟੱਬਰ ਹੈਗਾ, ਮੇਰੇ 5 ਭਰਾ ਹੋਰ ਵੀ ਨੇ, ਉਹਨਾਂ ਕੋਲ ਹੀ ਘੱਲ ਦਿਓ ਇਹਨੂੰ। ਤੇ ਅਬਰਾਹਮ ਨੇ ਕਿਹਾ ਕਿ ਉਹਨਾਂ ਕੋਲ ਮੂਸਾ ਤੇ ਨਬੀਆਂ ਦੀਆਂ ਪੁਸਤਕਾਂ ਹਨ, ਉਹ ਉਹਨਾਂ ਨੂੰ ਪੜ੍ਹਨ, ਉਹਨਾਂ ਦੇ ਵਿੱਚੋਂ ਗਿਆਨ ਹਾਸਲ ਕਰਨ, ਆਪਣੇ ਜੀਵਨ ਨੂੰ ਬਦਲ ਲੈਣ, ਕਿਤੇ ਉਹ ਵੀ ਨਾ ਇੱਥੇ ਆ ਜਾਣ। ਤੇ ਬੰਦਾ ਕਹਿੰਦਾ ਹੈ ਕਿ ਤੁਸੀਂ ਇਹਨੂੰ ਲਾਜ਼ਰ ਨੂੰ ਘੱਲੋ, ਮੁਰਦਿਆਂ ਵਿੱਚੋਂ ਜੀ ਉੱਠਿਆ। ਜਦੋਂ ਬੰਦਾ ਜਾਂਦਾ ਹੈ ਤਾਂ ਉਹਦੀ ਲੋਕੀ ਜ਼ਿਆਦਾ ਸੁਣਨਗੇ। ਤੇ ਅਬਰਾਹਮ ਨੇ, ਬਾਪ ਨੇ ਆਖਿਆ ਕਿ ਜੇਕਰ ਉਹ ਨਬੀਆਂ ਦੀ ਅਤੇ ਮੂਸਾ ਦੀ ਨਹੀਂ ਸੁਣਦੇ ਤੇ ਫਿਰ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਬੰਦਾ ਜੀ ਉੱਠ ਕੇ ਚਲਿਆ ਜਾਵੇ, ਉਹ ਉਹਦੀ ਵੀ ਨਹੀਂ ਸੁਣਨਗੇ। ਕਹਿਣ ਤੋਂ ਭਾਵ ਇਹੋ ਹੀ ਹੈ ਕਿ ਜੇਕਰ ਅਸੀਂ ਆਪਣੇ ਜੀਵਨ ਨੂੰ ਨਹੀਂ ਬਦਲਦੇ ਹਾਂ, ਜੇਕਰ ਅਸੀਂ ਭਲੇ ਕੰਮ ਨਹੀਂ ਕਰਦੇ ਹਾਂ, ਤਾਂ ਸਾਡਾ ਵੀ ਹਾਲ ਇਸ ਅਮੀਰ ਆਦਮੀ ਵਰਗਾ ਹੋਵੇਗਾ। ਪਰਿਵਾਰਾਂ ਦੇ ਵਿੱਚ ਅਸੀਂ ਕਿੰਨੀ ਵਾਰੀ ਨਜ਼ਰਅੰਦਾਜ਼ ਕਰਦੇ ਹਾਂ, ਆਪਣੇ ਗੁਆਂਢੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਘਰ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਹੀ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਉਹਨਾਂ ਨੂੰ ਰੋਟੀ ਟੋਕ ਨਹੀਂ ਪੁੱਛਦੇ ਹਾਂ, ਪਾਣੀ ਤੱਕ ਨਹੀਂ ਦਿੰਦੇ ਹਾਂ। ਪਿਆਰਿਓ, ਹਾਲ ਆ ਹੋਣਾ ਜੀ। ਇਸ ਕਰਕੇ ਜੇਕਰ ਸਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੈ ਗਰੀਬਾਂ ਨੂੰ, ਅਨਾਥਾਂ ਨੂੰ, ਜਾਂ ਆਪਣੇ ਘਰ ਦੇ ਜੀਆਂ ਨੂੰ, ਤੇ ਪਿਆਰਿਓ,
ਆਹ ਪਾਠ ਤੁਸੀਂ ਵਾਰ-ਵਾਰ ਪੜ੍ਹਨਾ ਹੈ ਤਾਂ ਕਿ ਤੁਹਾਨੂੰ ਹੋਸ਼ ਆ ਜਾਵੇ ਕਿ ਤੁਸੀਂ ਇਹ ਪਾਠ ਪੜ੍ਹ ਕੇ ਹੀ ਕਮ ਸੇ ਕਮ ਆਪਣੀ ਜ਼ਿੰਦਗੀ ਨੂੰ ਬਦਲ ਲਓ। ਤੇ ਮੈਨੂੰ ਉਮੀਦ ਹੈ ਕਿ ਰੋਜ਼ਿਆਂ ਦਾ ਇਹ ਸਮਾਂ ਸਾਨੂੰ ਇਹ ਪ੍ਰੇਰਨਾ ਦੇਵੇਗਾ ਕਿ ਅਸੀਂ ਇਸ ਤਰ੍ਹਾਂ ਅਮੀਰ ਆਦਮੀ ਦੇ ਵਾਂਗ ਗਰੀਬਾਂ ਨੂੰ, ਲਾਚਾਰਾਂ ਨੂੰ, ਦੁਖੀਆਂ ਨੂੰ ਨਜ਼ਰਅੰਦਾਜ਼ ਨਾ ਕਰੀਏ, ਸਗੋਂ ਇਸ ਦੇ ਬਜਾਏ ਅਸੀਂ ਉਹਨਾਂ ਦੇ ਸਹਿਯੋਗੀ ਬਣ ਜਾਈਏ, ਉਹਨਾਂ ਦੀ ਮਦਦ ਕਰਨ ਵਾਲੇ ਬਣ ਜਾਈਏ, ਉਹਨਾਂ ਨੂੰ ਪਿਆਰ ਕਰਨ ਵਾਲੇ ਬਣ ਜਾਈਏ, ਉਹਨਾਂ ਦੀ ਸੇਵਾ ਕਰਨ ਵਾਲੇ ਬਣ ਜਾਈਏ। ਤੇ ਜੇਕਰ ਅਸੀਂ ਇਹ ਸਭ ਕਰਾਂਗੇ ਤਾਂ ਫਿਰ ਅਸੀਂ ਵੀ ਅਬਰਾਹਮ ਦੀ ਗੋਦ ਦੇ ਵਿੱਚ ਬੈਠ ਕੇ ਸਵਰਗੀ ਆਨੰਦ ਮਾਣਾਂਗੇ। ਤੇ ਹੁਣ ਸਵਾਲ ਇੱਥੇ ਇਹੋ ਹੀ ਹੈ ਕਿ ਤੁਸੀਂ ਸਵਰਗ ਜਾਣਾ ਚਾਹੁੰਦੇ ਜੇ ਕਿ ਤੁਸੀਂ ਨਰਕ ਦੇ ਵਿੱਚ ਜਿੱਥੇ ਉਹ ਅਮੀਰ ਆਦਮੀ ਸੜ ਭੁੱਜ ਰਿਹਾ ਸੀ, ਤੁਸੀਂ ਉੱਥੇ ਜਾਣਾ ਚਾਹੁੰਦੇ ਹੋ? ਫੈਸਲਾ ਤੁਹਾਡਾ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਤੋਂ ਸਬਕ ਸਿੱਖੋਗੇ ਅਤੇ ਆਪਣੀ ਜ਼ਿੰਦਗੀ ਨੂੰ ਇਹਨਾਂ ਰੋਜ਼ਿਆਂ ਅਨੁਸਾਰ ਪ੍ਰਭੂ ਦੇ ਲਾਇਕ ਅਤੇ ਪ੍ਰਭੂ ਦੇ ਯੋਗ ਬਣਾਓਗੇ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।